My dear students, best wishes. In this lecture, we shall do some very simple helping verbs. These are actually helping verbs denoting being of persons or things. ਭਾਵ ਕੋਈ ਚੀਜ਼ ਜਾਂ ਕੋਈ ਵਿਅਕਤੀ ਕੀ ਹੈ ਜਾਂ ਕੀ ਸੀ ਜਾਂ ਕੀ ਹੋਵੇਗਾ ਉਸ ਰੂਪ ਦੇ ਵਿੱਚ। ਯਾਨੀ ਵਰਬ ਦੇ ਅਸੀਂ ਦੇਖਿਆ ਸੀ ਕਿ ਤਿੰਨ ਰੂਪ ਹਨ, ਬੀਇੰਗ, ਡੂਇੰਗ ਔਰ ਬੀਇੰਗ। ਯਾਨੀ ਬੀਇੰਗ ਤੋਂ ਭਾਵ ਹੁੰਦਾ ਕਿ ਵੀ ਕੀ ਹੈ, ਹੋਣਾ, ਡੂਇੰਗ ਕਰਨਾ ਔਰ ਬੀਇੰਗ ਸਹਿਣਾ। ਤਾਂ ਇੱਦਾਂ ਅਸੀਂ ਅੱਜ ਬੀਇੰਗ ਵਾਲੇ ਜਿਹੜੇ ਸੈਂਟੈਂਸਸ ਨੇ ਉਹ ਦੇਖਣੇ ਹਨ ਕਿ ਕਿਸੇ ਵੀ ਵਿਅਕਤੀ ਦਾ ਜਾਂ ਚੀਜ਼ ਦਾ ਜੋ ਬੀਇੰਗ ਜਾਂ ਬੀ ਰੂਪ ਹੈ ਦੈਟ ਵੀ ਹੈਵ ਟੂ ਸਟੱਡੀ। ਕੁਝ ਸੈਂਟੈਂਸਸ ਲਿਖੇ ਹੋਏ ਨੇ। ਫਸਟ ਸੈਂਟੈਂਸ ਹੈ ਆਈ ਐਮ ਪ੍ਰੈਜ਼ੈਂਟ ਟੂਡੇ, ਮੈਂ ਅੱਜ ਹਾਜ਼ਰ ਹਾਂ। ਪਾਸਟ ਵਿੱਚ ਕੀ ਹੋਏਗਾ? ਆਈ ਵਾਜ਼ ਪ੍ਰੈਜ਼ੈਂਟ ਯੈਸਟਰਡੇ। ਫਿਊਚਰ 'ਚ ਆਈ ਸ਼ੈਲ ਬੀ ਪ੍ਰੈਜ਼ੈਂਟ ਟੂਮਾਰੋ। ਵੱਖਰੇ ਹੋਰ ਰੂਪ ਨੇ ਕਿ ਆਈ ਕੈਨ ਬੀ ਪ੍ਰੈਜ਼ੈਂਟ ਟੂਮਾਰੋ, ਆਈ ਕੈਨ ਬੀ ਪ੍ਰੈਜ਼ੈਂਟ ਇਨ ਦਾ ਮੀਟਿੰਗ, ਆਈ ਕੁਡ ਨਾਟ ਬੀ ਪ੍ਰੈਜ਼ੈਂਟ ਇਨ ਦਾ ਮੀਟਿੰਗ, ਮੈਂ ਮੀਟਿੰਗ ਵਿੱਚ ਹਾਜ਼ਰ ਨਹੀਂ ਹੋ ਸਕਿਆ, ਜਾਂ ਹੀ ਕੁਡ ਨਾਟ ਬੀ ਪ੍ਰੈਜ਼ੈਂਟ ਇਨ ਦਾ ਮੀਟਿੰਗ। ਆਪਾਂ ਕੁਛ ਵੀ ਕਹਿੰਦੇ ਹਾਂ ਉਸ ਰੂਪ ਦੇ ਵਿੱਚ ਆਪਾਂ ਕਹਿ ਸਕਦੇ ਹੈਗੇ ਹਾਂ। ਫਿਰ ਨੈਕਸਟ ਸੈਂਟੈਂਸ ਹੈ ਹੀ ਇਜ਼ ਓਨੈਸਟ ਐਂਡ ਹਾਰਡ ਵਰਕਿੰਗ। ਅਸੀਂ ਕੋਈ ਵੀ ਕੁਆਲਿਟੀ ਦੱਸਦੇ ਹਾਂ, ਹੀ ਇਜ਼ ਵੈਰੀ ਐਕਟਿਵ, ਹੀ ਇਜ਼ ਵੈਰੀ ਸਟਰੇਂਜ, ਹੀ ਇਜ਼ ਵੈਰੀ ਇੰਟੈਲੀਜੈਂਟ। ਅਗਰ ਪਾਸ ਦੀ ਗੱਲ ਆ ਤਾਂ ਹੀ ਵਾਜ਼ ਵੈਰੀ ਇੰਟੈਲੀਜੈਂਟ, ਹੀ ਵਿਲ ਬੀ ਵੈਰੀ ਇੰਟੈਲੀਜੈਂਟ, ਹੀ ਕੈਨ ਬੀ ਵੈਰੀ ਇੰਟੈਲੀਜੈਂਟ। ਵੱਖ ਰੂਪ ਇਸ ਦੇ ਬਣਦੇ ਜਾਣਗੇ। ਜਿਹੜਾ ਵੀ ਹੋਵੇ ਉਸ ਦੇ ਮੁਤਾਬਕ ਅਸੀਂ ਹੈਲਪਿੰਗ ਵਰਬ ਆਪਣੀ ਚੇਂਜ ਕਰਦੇ ਜਾਣਾ ਹੈ। ਯੂ ਆਰ ਦਾ ਕੈਪਟਨ ਆਫ ਦਾ ਟੀਮ, ਤੁਸੀਂ ਟੀਮ ਦੇ ਕੈਪਟਨ ਹੋ। ਜੇ ਤੁਸੀਂ ਟੀਮ ਦੇ ਕੈਪਟਨ ਸੀ ਤਾਂ ਯੂ ਵਰ ਦਾ ਕੈਪਟਨ ਆਫ ਦਾ ਟੀਮ। ਨਾਲ ਸਮਾਂ ਵੀ ਹੋ ਸਕਦਾ ਹੈ, ਯੂ ਵਰ ਦਾ ਕੈਪਟਨ ਆਫ ਦਾ ਟੀਮ ਲਾਸਟ ਈਅਰ। ਯੂ ਕੈਨ ਬੀ ਦਾ ਕੈਪਟਨ ਆਫ ਦਾ ਟੀਮ, ਤੁਸੀਂ ਟੀਮ ਦੇ ਕੈਪਟਨ ਬਣ ਸਕਦੇ ਹੋ। ਯੂ ਵਿਲ ਬੀ ਦਾ ਕੈਪਟਨ ਆਫ ਦਾ ਟੀਮ ਨੈਕਸਟ ਈਅਰ, ਅਗਲੇ ਸਾਲ ਤੁਸੀਂ ਹੋਵੋਗੇ। ਇੱਕ ਵੱਖਰਾ ਰੂਪ ਹੋ ਜਾਣਾ ਹੈ, ਫਿਊਚਰ ਰੂਪ ਜਿਹੜਾ ਹੈ ਉਹ ਹੋ ਜਾਂਦਾ ਹੈਗਾ। ਤਾਂ ਇਹ ਵੀ ਕਹਿ ਸਕਦੇ ਕਿ ਯੂ ਸ਼ੁੱਡ ਬੀ ਦਾ ਕੈਪਟਨ ਆਫ ਦਾ ਟੀਮ, ਤੁਹਾਨੂੰ ਟੀਮ ਦੇ ਕਪਤਾਨ ਹੋਣਾ ਚਾਹੀਦਾ। ਯੂ ਸ਼ੁੱਡ ਬੀ ਦਾ ਕੈਪਟਨ ਆਫ ਦਾ ਟੀਮ। ਯਾਨੀ ਐਕਟਿਵ ਉਸ ਤਰ੍ਹਾਂ ਦੀ ਵਰਬ ਕੋਈ ਨਹੀਂ ਕਿ ਕੁਝ ਕਰਦੇ ਨਹੀਂ ਗੇ, ਨਾ ਕੋਈ ਪੈਸਿਵ ਵਰਬ ਹੈ। ਸਿੰਪਲੀ ਅਸੀਂ ਸਟੇਟ ਆਫ ਬੀਇੰਗ ਜਿਹੜੀ ਹੈਗੀ ਹੈ ਉਹ ਦੱਸ ਰਹੇ ਹਾਂ। ਆਰ ਦੇ ਨਾਟ ਪੰਕਚੁਅਲ, ਇੰਟਰੋਗੇਟਿਵ ਵੀ ਹੋ ਸਕਦਾ। ਆਰ ਦੇ ਨਾਟ ਪੰਕਚੁਅਲ, ਕੀ ਉਹ ਸਮੇਂ ਦੇ ਪਾਬੰਦ ਨਹੀਂ? ਵਰ ਦੇ ਨਾਟ ਪੰਕਚੁਅਲ, ਕੀ ਉਹ ਸਮੇਂ ਦੇ ਪਾਬੰਦ ਨਹੀਂ ਸੀ? ਵਿਲ ਦੇ ਨਾਟ ਵੀ ਪੰਕਚੁਅਲ, ਕੀ ਉਹ ਸਮੇਂ ਦੇ ਪਾਬੰਦ ਨਹੀਂ ਹੋਣਗੇ? ਵੱਖ ਵੱਖ ਰੂਪ ਹੋ ਸਕਦੇ ਨੇ। ਇਜ਼ ਸ਼ੀ ਨਾਟ ਮਾਈ ਫਰੈਂਡ, ਕੀ ਉਹ ਮੇਰੀ ਮਿੱਤਰ ਨਹੀਂ? ਵਾਜ਼ ਸ਼ੀ ਨਾਟ ਮਾਈ ਫਰੈਂਡ, ਕੈਨ ਸ਼ੀ ਬੀ ਮਾਈ ਫਰੈਂਡ, ਵਿਲ ਸ਼ੀ ਬੀ ਮਾਈ ਫਰੈਂਡ, ਸ਼ੁੱਡ ਸ਼ੀ ਨਾਟ ਬੀ ਮਾਈ ਫਰੈਂਡ। ਵੱਖ ਵੱਖ ਰੂਪ ਜਿਹੜੇ ਹਨ ਉਹ ਅਸੀਂ ਲੈਂਦੇ ਜਾਵਾਂਗੇ। ਇਟ ਵਾਜ਼ ਅ ਲਵਲੀ ਲਿਟਲ ਟੋਏ, ਪਾਸਟ ਟੈਂਸ ਹੈਗਾ ਗਾ। ਪ੍ਰੈਜ਼ੈਂਟ ਹੋਣਾ ਤਾਂ ਇਟ ਇਜ਼ ਏ ਲਵਲੀ ਲਿਟਲ ਟੋਏ। ਇਟ ਕੈਨ ਬੀ, ਇਟ ਸ਼ੁੱਡ ਬੀ, ਇਟ ਵਿਲ ਬੀ, ਇਟ ਮਸਟ ਬੀ, ਇਟ ਕੈਨ ਬੀ ਇਨ ਐਨੀ ਫॉर्म। देयर आर मैनी प्रॉब्लम्स, तो समटाइम्स वी स्टार्ट ए पैराग्राफ और ऐसे ਅਸੀਂ ਲਿਖਦੇ ਹਾਂ, ਅਸੀਂ ਪਹਿਲਾ ਸੈਂਟੈਂਸ ਹੀ ਕਈ ਵਾਰ ਇੱਦਾਂ ਲਿਖ ਲੈਂਦੇ ਹਾਂ ਕਿ देयर आर मैनी प्रॉब्लम्स इन आवर कंट्री। ਇੱਦਾਂ ਸ਼ੁਰੂ ਕਰ ਲੈਂਦੇ ਹਾਂ, ਭਾਵ ਕਿ ਸਾਡੇ ਦੇਸ਼ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਹਨ। ਪਾਸਟ ਦੀ ਗੱਲ ਕਰਨੀ ਹੋਵੇ देयर वर मैनी प्रॉब्लम्स, देयर इज़ ए प्रॉब्लम, वी कैन राइट इन एनी वे वी लाइक, जो भी ਉਹਦੀ ਸੈਂਸ ਹੋਵੇ। देयर इज़ नो प्लेस लाइक होम, घर वर्गा कोई थां नहीं। देयर इज़ नो प्लेस लाइक होम, तो ये एक कहावत भी है। इट इज़ वेरी हॉट टुडे, अज बहुत गर्मी है। कल बहुत गर्मी सी, इट वाज वेरी हॉट येस्टरडे।
पिछले हफ्ते की गल करनी हुए, इट वॉज वेरी हॉट लास्ट वीक। अगर फ्यूचर की गल करनी हुए, इट विल बी वेरी हॉट टूमारो, कोई असी भविष्यवाणी देखिए। दैन इट इज़ 9 o'clock, आपां टाइम दसदे हैं कि इट इज़ 9 o'clock, 9 वजे हैं। 9 o'clock मीनस 9 ऑन क्लॉक, भाव कि जो असी क्लॉक का टाइम दसदे हैं तो वो असी ओ क्लॉक नाल लिख दिंदे आ, तो नहीं असी होर ढंग नाल कोई सवेर का समा है इट इज़ 9 AM, शाम का समा होवे इट इज़ 9 PM, तो इस रूप दे विच भी असी इन्हां दा जिक्र जिहड़ा है करदे रहंदे हाँ। तो प्रैजेंट, पास्ट, फ्यूचर तिन्ने रूपां दे विच, फ्यूचर दे विच शैल बी, विल बी, प्रैजेंट दे विच इज़ MR, पास्ट दे विच वाज वर, ये असी लाउने हैं। जे चाहिदा है दी सेंस कोई देनी होवे तो शुड भी हो सकता है, कैन भी हो सकता सी, कुड भी, इहो जे वख-वख रूप जिहड़े है वो बनते रहंदे ने। फिर सम इंपॉर्टेंट सेंटेंसिस हैं जिहड़े कि बहुत ही पॉपूलर हुंदे ने। जिवें पहला सेंटेंस है गॉड इज़ ओमनी प्रेजेंट, ओमनी पोटेंट एंड ओमनी शैंट। ये शायद 3 नवे वर्ड्स होण, इन्हां याद कर लेना। ओमनी प्रेजेंट हुंदा सर्व व्यापक, जो हर थां हाज़र होवे, सर्व व्यापक, ओमनी प्रेजेंट। ओमनी पोटेंट मीनस ऑल पावरफुल, सर्व शक्तिमान जिन्हों असीं कह दिंदे आ ओमनी पोटेंट। ओमनी शैंट हुंदा सर्व ज्ञाता, जिन्हों हर एक चीज़ का ज्ञान होवे, भाव कि परमात्मा हर थां ते हाज़र नाज़र है, आम कह दिंदे हैं, या असीं ये भी कह दिंदे हैं कि सर्वशक्तिमान है, या तीनों कह दिंदे हैं कि परमात्मा सर्वशक्तिमान है। और इस तरह कि भी वो हर कुछ जानता है, सब कुछ जानता है, और वो हर थां हाज़र नाज़र है, इस तरह असीं कहते हाँ। फिर असीं कहते हैं कम पूजा है पर पूजा कम नहीं। वर्क इज़ वर्शिप बट वर्शिप इज़ नॉट वर्क। ये जिस तरह अपनी प्रोवर्ब्स होंदियां ने ना, उस तरह के सेंटेंस ने। वर्क इज़ वर्शिप बट वर्शिप इज़ नॉट वर्क। मानवता की सेवा रब की असली पूजा है, बहुत प्रसिद्ध कहावत आ। सर्विस ऑफ मैनकाइंड या सर्विस ऑफ ह्यूमैनिटी भी कह सकते हैं, इज़ द रियल वर्शिप ऑफ गॉड। ये तुसीं फिक्रा पूरा कर लेना, इज़ द तक लिखिया रियल वर्शिप ऑफ गॉड। सर्विस ऑफ मैनकाइंड इज़ द रियल वर्शिप ऑफ गॉड। चरित्र जीवन दी शान है या जीवन का ताज अते शान है, आम बोलिया जाने वाला सेंटेंस है। चरित्र की असीं महत्ता दसदे हां। करैक्टर इज़ द क्राउन एंड ग्लोरी ऑफ लाइफ। क्राउन हुंदा ताज, ग्लोरी हुंदी है शान। करैक्टर इज़ द क्राउन एंड ग्लोरी ऑफ लाइफ। पुस्तकां साडियां सब तो वधिया मित्र हन। बुक्स आर आवर बेस्ट फ्रेंड्स। जे सच्चिया मित्र होवे तो बुक्स आर आवर ट्रू फ्रेंड्स। सच्चिया मित्र आपां ये कह देंगे। फिर असीं कहते हैं कि रुखां अते मनुखां दरम्यान या रुखां अते मनुखां विचकार बहुत नेड़े दी सांझ है। देयर इज़ ए क्लोज अफिनिटी। अफिनिटी हुंदा सांझ, इकसारता, नेड़ता। देयर इज़ ए क्लोज अफिनिटी बिटवीन ट्रीज एंड मैन। बिटवीन ट्रीज एंड मैन, रुखां अते मनुखां दरम्यान। फिर है असी दसदे अपने कॉलेज बारे, अपने स्कूल बारे, कई इस तरह के फिक्रे आ जाते हैं। असी कहने हैं कि साडे कॉलेज विच 800 विद्यार्थी हैं या 5000 विद्यार्थी हैं, किन्ने भी कह दिए। देयर आर 800 स्टूडेंट्स इन आवर कॉलेज। 800। एक चीज़ का ध्यान रखना, जब अगे गिनती आ गई कोई भी, 8 आ गई, 5 आ गई, 10 आ जाए, कुछ भी आ जाए, तो 100 जानी सिंगूलर लाना होंदा, चाहे 1000 होवे चाहे 100 होवे। स्पैलिंग का ध्यान रखना। देयर आर 800 स्टूडेंट्स इन आवर कॉलेज, भावें 8000 हुंदा, भावें कुछ भी हुंदा।
फिर असी एक आदर्श नागरिक बारे कई बार पैराग्राफ लिखते हैं तो वो इहो ਜਿਹੇ सेंटेंसिस आम ही दसदे हैं कि वो किहो जिहा है की है। एक बड़ा इंपॉर्टेंट सेंटेंस है किसी भी व्यक्ति बारे तुसी पैराग्राफ या ऐसे लिखना होवे तो वो है कि एन आइडियल सिटीजन हैज़ ऑल 3 क्वालिटीज़ ऑफ हैड, हार्ट एंड हैंड। ये तुसी लिख लेना एन आइडियल द स्पैलिंग ने IDEAL, आदर्श, आइडल नहीं है IDLE वाला ना IDOL वाला है। एन आइडियल सिटीजन हैज़ ऑल 3 क्वालिटीज़, उस विच 3 गुण पूरे दे पूरे होंदे ने। काहदे 3 गुण ने? क्वालिटीज़ ऑफ हैड, हार्ट एंड हैंड, भाव कि दिमागी तौर पर भी बड़ा इंटैलीजेंट चुस्त दुरुस्त होवे, दिलों भी बड़ा अच्छा होवे और हत्थां दा भी पूरा माहर होवे, काम करन दे विच निपुण होवे हर काम दे विच। तां ये बहुत वधिया गुण हुंदे ने। जिहड़े भी आदर्श व्यक्ति की असीं गल करांगे उहदे विच 3 गुण होने चाहिए ने ऑफ द हैड, हार्ट एंड हैंड। ये नाल लिख लेने ने हैड, हार्ट एंड हैंड। फिर एक बहुत इंपॉर्टेंट फिकरा है सादा रहना अते उच्चा सोचना साडे जीवन का आदर्श होना चाहिए है, साडे जीवन का उद्देश होना चाहिए है। सिंपल लिविंग एंड हाई थिंकिंग, सिंपल लिविंग सादा रहना एंड हाई थिंकिंग शुड बी द एम ऑफ आवर लाइफ। देन अनदर वेरी इंपॉर्टेंट सेंटेंस, सुंदरता मरणहार है, नेकी अमर है। ब्यूटी इज मॉर्टल, वर्चू इज इमॉर्टल। मॉर्टल होंदा मरणहार ते इममॉर्टल जो अमर होवे, जो कदे भी ना मरे। कई बार ये सेंटेंस इस तरह भी आ जाता होंदा कि ब्यूटी इज पेरिशेबल, वर्चू इज इम्पेरिशेबल, भाव कि ब्यूटी सुंदरता नाशवान है, वर्चू यानी नेकी जो है वो नाश रहत है, विनाश रहत है। हुण मैं तुहाडे नाल कुछ होर फिक्रे डिस्कस कर रहा हाँ। विद्या मनुख का तीजा नेत्र है। एजुकेशन इज़ द 3rd आई ऑफ मैन। जिथे सफाई उथे खुदाई। क्लीनलीनेस इज़ नैक्सट टू गॉडलीनेस। शिमला हिमाचल प्रदेश की राजधानी है। शिमला इज़ द कैपिटल ऑफ हिमाचल प्रदेश। ताज महल एक सुंदर इमारत है। द ताज महल इज़ अ ब्यूटीफुल बिल्डिंग। अगर हिस्टोरिकल होवे, इतिहासक होवे तो हिस्टोरिकल बिल्डिंग हो जाएगी। ये पुस्तक बहुत दिलचस्प है। दिस बुक इज़ वेरी इंटरेस्टिंग। अंग्रेज़ी एक अंतर्राष्ट्रीय भाषा है। इंग्लिश इज़ एन इंटरनेशनल लैंग्वेज। वर्तमान युग विज्ञान का युग है। द प्रेजेंट एज इज़ एन एज ऑफ साइंस। मेरा घर छोटा है पर यह आरामदायक है। माई हाउस इज़ स्मॉल बट इट इज़ वेरी कंफर्टेबल। भारतीय किसान मेहनती है पर वो गरीब है। इंडियन फार्मर इज़ हार्ड वर्किंग बट ही इज़ पुअर। असी एक महान देश के नागरिक हाँ। वी आर द सिटीजनस ऑफ अ ग्रेट कंट्री। साडे अध्यापक समय के बहुत पाबंद ਹਨ ਅਤੇ ड्यूटी के बहुत पाबंद ਹਨ। आवर टीचर्स आर वेरी पंक्चुअल एंड ड्यूटीफुल। अधिकार ਅਤੇ फर्ज नाल नाल चलते हैं। राइट्स एंड ड्यूटीज़ गो हैंड इन हैंड, या इनू असी इदां कहांगे कि अधिकार ਅਤੇ फर्ज एक ही सिक्के दे 2 पहलू हैं। राइट्स एंड ड्यूटीज़ आर द 2 साइड्स ऑफ द सेम कॉइन। मैं काफ़ी बलवान ਅਤੇ मेहनती हाँ। आई एम क्वाइट स्ट्रोंग एंड हार्ड वर्किंग। मैं एक किसान का पुत्र हाँ। आई एम द सन ऑफ ए फार्मर। कि मैं अपने देश का एक जिम्मेवार शहरी नहीं हाँ। एम आई नॉट ए रिस्पोंसिबल सिटीजन ऑफ माई कंट्री।
ਕੀ ਇਹ ਫਿਲਮ ਦੇਖਣ ਯੋਗ ਹੈ? ਇਜ਼ ਦਿਸ ਫਿਲਮ ਵਰਥ ਵਾਚਿੰਗ ਜਾਂ ਵਰਥ ਸੀਇੰਗ ਵੀ ਕਹਿ ਦਿੰਦੇ ਆਪਾਂ, ਜਾਂ ਵਰਥ ਵਾਚਿੰਗ। ਕੀ ਤੁਸੀਂ ਇੱਕ ਬੈਡਮਿੰਟਨ ਖਿਡਾਰੀ ਹੋ? ਆਰ ਯੂ ਅ ਬੈਡਮਿੰਟਨ ਪਲੇਅਰ? ਕੀ ਉਹ ਹੌਸਲੇ ਵਾਲੇ ਅਤੇ ਬਹਾਦਰ ਨਹੀਂ ਹਨ? ਆਰ ਦੇ ਨਾਟ ਬੋਲਡ ਐਂਡ ਬਰੇਵ ਜਾਂ ਕਰੇਜੀਅਸ ਐਂਡ ਬਰੇਵ? ਮੈਂ ਜਲਦੀ ਹੀ ਟੀਮ ਦਾ ਕਪਤਾਨ ਹੋਵਾਂਗਾ। ਆਈ ਸ਼ੈਲ ਸੂਨ ਬੀ ਦਾ ਕੈਪਟਨ ਆਫ ਦਾ ਟੀਮ। ਉਹ ਕੁਝ ਸਮੇਂ ਬਾਅਦ ਇੱਕ ਅਮੀਰ ਵਿਅਕਤੀ ਹੋਵੇਗਾ। ਹੀ ਵਿਲ ਬੀ ਅ ਰਿਚ ਮੈਨ ਆਫਟਰ ਸਮ ਟਾਈਮ। ਕੀ ਤੁਸੀਂ ਸੂਚੀ ਵਿੱਚ ਸਭ ਤੋਂ ਉੱਪਰ ਨਹੀਂ ਹੋਵੋਗੇ? ਵਿਲ ਯੂ ਨਾਟ ਬੀ ਐਟ ਦ ਟੌਪ ਆਫ ਦਾ ਲਿਸਟ? ਅਸੀਂ ਜੀਵਨ ਵਿੱਚ ਹਮੇਸ਼ਾ ਹਾਂ ਪੱਖੀ ਹੋਵਾਂਗੇ। ਵੀ ਸ਼ੈਲ ਆਲਵੇਜ਼ ਬੀ ਪੋਜ਼ਿਟਿਵ ਇਨ ਲਾਈਫ ਜਾਂ ਇਨ ਆਵਰ ਲਾਈਫ। ਜਵਾਹਰ ਲਾਲ ਨਹਿਰੂ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸਨ। ਜਵਾਹਰ ਲਾਲ ਨਹਿਰੂ ਵਾਜ਼ ਦਾ ਫਸਟ ਪ੍ਰਾਈਮ ਮਿਨਿਸਟਰ ਆਫ ਇੰਡੀਆ। ਮਹਾਰਾਜਾ ਰਣਜੀਤ ਸਿੰਘ ਇੱਕ ਧਰਮ ਨਿਰਪੱਖ ਸ਼ਾਸਕ ਸਨ ਜਾਂ ਧਰਮ ਨਿਰਪੱਖ ਰਾਜਾ ਸਨ। ਮਹਾਰਾਜਾ ਰਣਜੀਤ ਸਿੰਘ ਵਾਜ਼ ਏ ਸੈਕੂਲਰ ਕਿੰਗ। ਸੈਕੂਲਰ ਮਤਲਬ ਧਰਮ ਨਿਰਪੱਖ, ਸੈਕੂਲਰ SECULAR। ਸਰਦਾਰ ਭਗਤ ਸਿੰਘ ਇੱਕ ਮਹਾਨ ਦੇਸ਼ ਭਗਤ ਸੀ। ਸਰਦਾਰ ਭਗਤ ਸਿੰਘ was a great patriot, PATRIOT। 1947 ਤੋਂ ਪਹਿਲਾਂ ਭਾਰਤ ਸੁਤੰਤਰ ਨਹੀਂ ਸੀ। ਇੰਡੀਆ ਵਾਜ਼ ਨਾਟ ਫ੍ਰੀ ਬਿਫੋਰ 1947। ਪਹਿਲੇ ਸਮੇਂ ਵਿੱਚ ਲੋਕ ਬਹੁਤ ਅੰਧ ਵਿਸ਼ਵਾਸੀ ਹੁੰਦੇ ਸਨ। ਪੀਪਲ ਇਨ ਦਾ ਪਾਸਟ ਵਰ ਵੈਰੀ ਸੁਪਰਸਟੀਸ਼ੀਅਸ। ਕੀ ਤੁਸੀਂ ਪਿਛਲੇ ਸਾਲ ਵੀ ਇੱਥੇ ਸੀ? ਵਰ ਯੂ ਹੀਅਰ ਲਾਸਟ ਈਅਰ ਆਲਸੋ? ਮੇਰੀ ਜੇਬ ਵਿੱਚ ਇੱਕ ਸੁੰਦਰ ਪੈਨ ਹੈ। ਆਈ ਹੈਵ ਅ ਬਿਊਟੀਫੁਲ ਪੈਨ ਇਨ ਮਾਈ ਪੋਕਟ। ਅੱਜ ਉਸਦੇ ਪਾਸ ਕੋਈ ਧਨ ਨਹੀਂ ਹੈ। ਟੁਡੇ ਹੀ ਹੈਜ਼ ਨੋ ਮਨੀ। ਮੇਜ਼ ਦੇ 4 ਲੱਤਾਂ ਹੁੰਦੀਆਂ ਹਨ। ਏ ਟੇਬਲ ਹੈਜ਼ 4 ਲੈਗਸ। ਤੁਹਾਡਾ ਕੁਝ ਵੀ ਦਾਅ 'ਤੇ ਨਹੀਂ ਹੈ। ਹੁਣ ਇਹ ਫਿਕਰਾ ਦੇਖੋ, ਤੁਹਾਡਾ ਕੁਝ ਵੀ ਦਾਅ 'ਤੇ ਨਹੀਂ ਹੈ। ਯੂ ਹੈਵ ਨਥਿੰਗ ਐਟ ਸਟੇਕ। ਯੂ ਹੈਵ ਨਥਿੰਗ ਐਟ ਸਟੇਕ। ਉਸ ਦਾ ਸ਼ਹਿਰ ਵਿੱਚ ਇੱਕ ਵੱਡਾ ਮਕਾਨ ਹੈ। ਹੀ ਹੈਜ਼ ਅ ਬਿਗ ਹਾਊਸ ਇਨ ਦਾ ਸਿਟੀ। ਅੱਜ ਅਸਮਾਨ ਵਿੱਚ ਬੱਦਲ ਹਨ। ਇਟ ਇਜ਼ ਕਲਾਊਡੀ ਟੁਡੇ। ਅੱਜ ਹਵਾ ਬੰਦ ਹੈ। ਇਟ ਇਜ਼ ਕਲੋਜ਼ ਟੁਡੇ। ਅੱਜ ਮੌਸਮ ਬਹੁਤ ਸੋਹਣਾ ਹੈ। ਇਟ ਇਜ਼ ਵੈਰੀ ਫਾਈਨ ਟੁਡੇ। ਇਸ ਸਮੇਂ ਦੇਸ਼ ਵਿੱਚ ਇੱਕ ਬੜਾ ਦਿਆਲੂ ਰਾਜਾ ਹੈ। ਦੇਰ ਇਜ਼ ਅ ਵੈਰੀ ਕਾਈਂਡ ਕਿੰਗ ਇਨ ਦਾ ਕੰਟਰੀ ਐਟ ਦਿਸ ਟਾਈਮ। ਸਖਤ ਮਿਹਨਤ ਦਾ ਕੋਈ ਬਦਲ ਨਹੀਂ ਹੈ। ਦੇਰ ਇਜ਼ ਨੋ ਸਬਸਟੀਚਿਊਟ ਫॉर ਹਾਰਡ ਵਰਕ। ਸਖਤ ਮਿਹਨਤ ਸਫਲਤਾ ਦੀ ਕੁੰਜੀ ਹੈ। ਹਾਰਡ ਵਰਕ ਇਜ਼ ਦਾ ਕੀ ਟੂ ਸਕਸੈਸ। KEY ਕੀ ਟੂ ਸਕਸੈਸ। ਕੀ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਹੈ? ਇਜ਼ ਦੇਰ ਨੋ ਸੋਲਿਊਸ਼ਨ ਟੂ ਦਿਸ ਪ੍ਰੋਬਲਮ। ਵਿਗਿਆਨ ਸਾਡਾ ਮਿੱਤਰ ਵੀ ਹੈ ਅਤੇ ਦੁਸ਼ਮਣ ਵੀ। ਸਾਇੰਸ ਇਜ਼ ਆਵਰ ਫਰੈਂਡ ਐਜ਼ ਵੈਲ ਐਜ਼ ਫੋ। FOE ਫੋ ਜਾਂ ਐਨੀਮੀ, ਕੁਛ ਵੀ ਲਿਖ ਲਈਏ। ਸਾਇੰਸ ਇਜ਼ ਆਵਰ ਫਰੈਂਡ ਐਜ਼ ਵੈਲ ਐਜ਼ ਫੋ। ਪਵਿੱਤਰਤਾ ਔਰਤ ਦਾ ਸਭ ਤੋਂ ਵੱਡਾ ਗਹਿਣਾ ਹੈ। ਚੇਸਟਿਟੀ ਇਜ਼ ਦਾ ਗ੍ਰੇਟੈਸਟ ornament ਆਫ ਏ ਵੂਮੈਨ। ਚੇਸਟਿਟੀ ਹੁੰਦਾ ਪਵਿੱਤਰਤਾ, ornament ਗਹਿਣਾ। ਜਿਸ ਦੀ ਲਾਠੀ ਉਸ ਦੀ ਮੱਝ ਜਾਂ ਉਸ ਦੀ ਮੈਂਸ ਜਾਂ ਹਿੰਦੀ 'ਚ ਕਹਿੰਦੇ ਨੇ ਉਸकी ਭੈਂਸ
ਮਾਈਟ ਇਜ਼ ਰਾਈਟ, ਇਹ ਕਹਾਵਤ ਹੈ ਮਾਈਟ ਇਜ਼ ਰਾਈਟ। ਇਹਦੇ ਵਿੱਚ ਨਾ ਮੱਝ ਆਉਣਾ ਗਾ ਨਾ ਲਾਠੀ ਆਉਣੀ ਆ, ਭਾਵ ਹੈ ਕਹਾਵਤ ਆ ਮਾਈਟ ਇਜ਼ ਰਾਈਟ ਕਿ ਜਿਹੜਾ ਸ਼ਕਤੀਸ਼ਾਲੀ ਹੈ ਤੇ ਉਹੀ ਠੀਕ ਹੋ ਜਾਂਦਾ ਹੈ। ਕਲਮ ਤਲਵਾਰ ਨਾਲੋਂ ਵਧੇਰੇ ਤਾਕਤਵਰ ਹੈ। ਦ ਪੈਨ ਇਜ਼ ਮਾਈਟੀਅਰ, ਮਾਈਟ ਦੀ ਕੰਪੈਰੇਟਿਵ ਡਿਗਰੀ ਬਣ ਗਈ ਮਾਈਟੀ ਦੀ। ਦ ਪੈਨ ਇਜ਼ ਮਾਈਟੀਅਰ ਦੈਨ ਦ ਸਵੋਰਡ, ਸਵੋਰਡ ਹੁੰਦੀ ਆ ਤਲਵਾਰ। ਖਿਮਾ ਕਰਨਾ ਬਦਲੇ ਦੀ ਸਭ ਤੋਂ ਵਧੀਆ ਕਿਸਮ ਹੈ। ਫॉरगिवनेस, ਫॉरगिवनेस ਹੁੰਦਾ ਖਿਮਾ, ਖਿਮਾ ਕਰਨਾ। ਫॉरगिवनेस ਇਜ਼ ਦ ਬੈਸਟ ਫॉर्म ਆਫ ਰਿਵੈਂਜ, ਫॉरगिवनेस ਇਜ਼ ਦ ਬੈਸਟ ਫॉर्म ਆਫ ਰਿਵੈਂਜ। ਲੋਕਾਂ ਦੀ ਆਵਾਜ਼ ਰੱਬ ਦੀ ਆਵਾਜ਼ ਹੁੰਦੀ ਹੈ। ਦ ਵਾਇਸ ਆਫ ਦ ਪੀਪਲ ਇਜ਼ ਦ ਵਾਇਸ ਆਫ ਦ ਗॉड, ਦ ਵਾਇਸ ਆਫ ਦ ਪੀਪਲ ਇਜ਼ ਦ ਵਾਇਸ ਆਫ ਗॉड। ਵਿਹਲੇ ਆਦਮੀ ਦਾ ਮਨ ਸ਼ੈਤਾਨੀ ਦਾ ਘਰ ਹੁੰਦਾ ਹੈ, ਸ਼ੈਤਾਨੀਅਤ ਦਾ ਘਰ ਹੁੰਦਾ ਹੈ, ਸ਼ੈਤਾਨ ਦੀ ਕਾਰਜਸ਼ਾਲਾ ਹੁੰਦਾ ਹੈ। ਐਨ ਆਈਡਲ ਮੈਨਸ ਬ੍ਰੇਨ ਇਜ਼ ਏ ਡੈਵਲਸ ਵਰਕਸ਼ਾਪ। ਜੋ ਸੁਖ ਛੱਜੂ ਦੇ ਚੁਬਾਰੇ, ਨਾ ਉਹ ਬਲਖ ਨਾ ਬੁਖਾਰੇ। ਈਸਟ ਔਰ ਵੈਸਟ ਹੋਮ ਇਜ਼ ਦਾ ਬੈਸਟ, ਭਾਵ ਕਿ ਈਸਟ ਵੈਸਟ ਕਿਤੇ ਵੀ ਜਾਈਏ ਹੋਮ ਇਜ਼ ਦਾ ਬੈਸਟ, ਘਰ ਸਭ ਤੋਂ ਵਧੀਆ ਹੁੰਦਾ ਹੈ। ਜਾਣੀ ਇਹਦੇ 'ਚ ਇਹ ਨਹੀਂ ਇਹ ਕਹਾਵਤ ਆ ਕਿ ਛੱਜੂ ਦੀ ਅੰਗਰੇਜ਼ੀ ਲੱਗੇ ਜਾਂ ਚੁਬਾਰੇ ਦੀ ਅੰਗਰੇਜ਼ੀ ਲੱਗੇ ਜਾਂ ਬਲਖ ਜਾਂ ਬੁਖਾਰਾ ਹੋਵੇ। ਦਹੇਜ ਇੱਕ ਸਮਾਜਿਕ ਅਤੇ ਆਰਥਿਕ ਬੁਰਾਈ ਹੈ। ਡੋਰੀ ਇਜ਼ ਏ ਸੋਸ਼ਲ ਐਂਡ ਇਕਨੋਮਿਕ ਈਵਲ, ਈਵਲ ਹੁੰਦੀ ਆ ਬੁਰਾਈ। ਡੋਰੀ ਇਜ਼ ਏ ਸੋਸ਼ਲ ਐਂਡ ਇਕਨੋਮਿਕ ਈਵਲ। ਟੈਲੀਵਿਜ਼ਨ 20ਵੀਂ ਸਦੀ ਦੀ ਇੱਕ ਪ੍ਰਸਿੱਧ ਕਾਢ ਹੈ। ਟੈਲੀਵਿਜ਼ਨ ਇਜ਼ ਅ ਫੇਮਸ ਇਨਵੈਂਸ਼ਨ ਆਫ 20th century। ਇੰਨੀ ਦਿਨੀ ਮੋਬਾਈਲ ਫੋਨ ਇੱਕ ਜ਼ਰੂਰੀ ਚੀਜ਼ ਬਣ ਗਈ ਹੈ ਜਾਂ ਇੱਕ ਜ਼ਰੂਰਤ ਬਣ ਗਈ ਹੈ। these days the mobile ਜਾਂ mobile phone has become a necessity। ਅਖਬਾਰ ਸਾਡੇ ਵਾਧੂ ਨੇਤਰ ਅਤੇ ਕੰਨ ਹਨ। The newspapers are our extra eyes and ears। ਲੋਕਤੰਤਰ ਲੋਕਾਂ ਦੀ, ਲੋਕਾਂ ਲਈ ਅਤੇ ਲੋਕਾਂ ਦੁਆਰਾ ਸਰਕਾਰ ਹੁੰਦੀ ਹੈ। ਡੈਮੋਕ੍ਰੇਸੀ is a government of the people, for the people and by the people। ਇਹ ਵੀ ਤੁਹਾਡੀ ਨੌਲੇਜ ਲਈ ਦੱਸ ਦਿਆਂ ਕਿ ਵੀ ਇਹ ਜਿਹੜੀ ਡੈਫੀਨੇਸ਼ਨ ਹੈ ਡੈਮੋਕ੍ਰੇਸੀ ਦੀ, ਇਹ ਅਮਰੀਕਾ ਦੇ ਇੱਕ ਪ੍ਰਸਿੱਧ ਰਾਸ਼ਟਰਪਤੀ ਅਬਰਾਹਮ ਲਿੰਕਨ ਦੁਆਰਾ ਦਿੱਤੀ ਗਈ ਹੈ। ਸ਼ਾਂਤੀ ਹਮੇਸ਼ਾ ਹੀ ਯੁੱਧ ਤੋਂ ਬਿਹਤਰ ਹੁੰਦੀ ਹੈ। ਪੀਸ ਇਜ਼ ਆਲਵੇਜ਼ ਬੈਟਰ ਦੈਨ ਵਾਰ। ਬਿਜਲੀ ਵਿਗਿਆਨ ਦਾ ਇੱਕ ਚਮਤਕਾਰ ਹੈ। ਇਲੈਕਟ੍ਰੀਸਿਟੀ ਇਜ਼ ਏ ਵੰਡਰ, ਵੰਡਰ ਹੁੰਦਾ ਚਮਤਕਾਰ। ਇਲੈਕਟ੍ਰੀਸਿਟੀ ਇਜ਼ ਏ ਵੰਡਰ ਆਫ ਸਾਇੰਸ। ਇੰਨੇ ਦਿਨੀ ਤੰਗ ਕੱਪੜਿਆਂ ਦਾ ਰਿਵਾਜ਼ ਨਹੀਂ ਰਿਹਾ। ਟਾਈਟ ਕਲੋਥ ਆਰ ਆਊਟ ਆਫ ਫੈਸ਼ਨ these days। ਜਿਸ ਚੀਜ਼ ਦਾ ਰਿਵਾਜ਼ ਨਾ ਹੋਵੇ ਉਹਨੂੰ ਅਸੀਂ ਕਹਿ ਦਿੰਦੇ ਹਾਂ ਆਊਟ ਆਫ ਫੈਸ਼ਨ, ਜਿਹਦਾ ਰਿਵਾਜ਼ ਹੋਵੇ ਉਹ ਹੁੰਦੀ ਆ ਇਨ ਫੈਸ਼ਨ। ਇਨ ਫੈਸ਼ਨ ਜਿਹਦਾ ਰਿਵਾਜ਼ ਹੈ। ਤੋ ਟਾਈਟ ਕਲੋਥ ਆਰ ਆਊਟ ਆਫ ਫੈਸ਼ਨ ਜਾਂ ਆਰ ਨਾਟ ਇਨ ਫੈਸ਼ਨ these days। ਰੇਲਵੇ ਸਟੇਸ਼ਨ ਦਾ ਦ੍ਰਿਸ਼ ਬੜਾ ਦਿਲਚਸਪ ਹੁੰਦਾ ਹੈ। ਦ ਸੀਨ ਐਟ ਏ ਰੇਲਵੇ ਸਟੇਸ਼ਨ ਇਜ਼ ਵੈਰੀ ਇੰਟਰਸਟਿੰਗ। ਗੱਡੀ 1 ਘੰਟਾ ਲੇਟ ਹੈ। ਦ ਟ੍ਰੇਨ ਇਜ਼ ਲੇਟ ਬਾਈ ਐਨ ਆਰ, ਬਾਈ ਐਨ ਆਰ ਕਹਿਣਾ ਗਾ। ਦ ਟ੍ਰੇਨ ਇਜ਼ ਲੇਟ ਬਾਈ ਐਨ ਆਰ। ਮੇਰੇ ਕੋਲ ਤੁਹਾਨੂੰ ਦੇਣ ਲਈ ਕੁਝ ਹੈ। ਆਈ ਹੈਵ ਸਮਥਿੰਗ, ਆਈ ਹੈਵ ਸਮਥਿੰਗ ਟੂ ਗਿਵ ਯੂ। ਆਦਰਸ਼ ਨਾਗਰਿਕ ਕਦੀ ਵੀ ਆਲਸੀ ਨਹੀਂ ਹੁੰਦਾ। ਐਨ ਆਈਡੀਅਲ ਸਿਟੀਜ਼ਨ ਇਜ਼ ਨੈਵਰ
ਲੇਜ਼ੀ। ਆਦਰਸ਼ ਨਾਗਰਿਕ ਕਿਸੇ ਦੇਸ਼ ਦਾ ਅਸਲੀ ਸਰਮਾਇਆ ਹੁੰਦੇ ਹਨ। ਆਈਡੀਅਲ ਸਿਟੀਜ਼ਨਸ ਆਰ ਦਾ ਰੀਅਲ ਵੈਲਥ ਆਫ ਏ ਕੰਟਰੀ। ਸਿਹਤ ਸਭ ਤੋਂ ਵੱਡਾ ਧਨ ਹੈ। ਹੈਲਥ ਇਜ਼ ਦਾ ਗ੍ਰੇਟੈਸਟ ਵੈਲਥ। ਮੇਰੀ ਦਾਦੀ ਮਾਂ ਇੱਕ ਧਾਰਮਿਕ ਔਰਤ ਹੈ। ਮਾਈ ਗ੍ਰੈਂਡ ਮਦਰ ਇਜ਼ ਅ ਰਿਲੀਜੀਅਸ ਲੇਡੀ। ਮਾਈ ਗ੍ਰੈਂਡ ਮਦਰ ਇਜ਼ ਏ ਰਿਲੀਜੀਅਸ ਲੇਡੀ। ਬੁਰੀ ਸੰਗਤ ਨਾਲੋਂ ਮਨੁੱਖ ਇਕੱਲਾ ਚੰਗਾ। ਮੈਨ ਇਜ਼ ਬੈਟਰ ਐਲੋਨ ਦੈਨ ਇਨ ਏ ਬੈਡ ਕੰਪਨੀ। ਇੱਕ ਸੁੰਦਰ ਚੀਜ਼ ਸਦੀਵੀ ਖੁਸ਼ੀ ਦਾ ਸੋਮਾ ਹੁੰਦੀ ਹੈ। ਅ ਥਿੰਗ ਆਫ ਬਿਊਟੀ ਇਜ਼ ਏ ਜੋਏ ਫॉर ਐਵਰ। ਵੈਸੇ ਜਿਹੜੀ ਇਹ ਲਾਈਨ ਹੈਗੀ ਆ ਇਹ ਅੰਗਰੇਜ਼ੀ ਦੇ ਪ੍ਰਸਿੱਧ ਕਵੀ ਜੌਨ ਕੀਟਸ ਦੀ ਲਿਖੀ ਹੋਈ ਹੈ। ਅ ਥਿੰਗ ਆਫ ਬਿਊਟੀ ਇਜ਼ ਅ ਜੋਏ ਫॉर ਐਵਰ। ਉਹ ਅੱਜ ਬਾਹਰ ਗਈ ਹੋਈ ਹੈ। ਸ਼ੀ ਇਜ਼ ਆਊਟ ਆਫ ਸਟੇਸ਼ਨ, ਯਾਨੀ ਬਾਹਰ ਹੋਣਾ, ਆਊਟ ਆਫ ਸਟੇਸ਼ਨ। ਇਨ ਸਟੇਸ਼ਨ ਜਿਹੜਾ ਉੱਥੇ ਹੀ ਹੋਵੇ, ਤਾਂ ਸਟੇਸ਼ਨ ਤੋਂ ਭਾਵ ਇੱਥੇ ਇਹ ਨਹੀਂ ਕਿ ਸਟੇਸ਼ਨ 'ਤੇ ਗਈ ਹੈ। ਸ਼ੀ ਇਜ਼ ਆਊਟ ਆਫ ਸਟੇਸ਼ਨ ਟੂਡੇ। ਅਸੀਂ ਭਾਰਤੀ ਪਹਿਲਾਂ ਅਤੇ ਕੁਝ ਹੋਰ ਬਾਅਦ ਵਿੱਚ ਹਾਂ। ਵੀ ਆਰ ਇੰਡੀਅਨਸ ਫਸਟ ਐਂਡ ਐਨੀਥਿੰਗ ਐਲਸ ਆਫਟਰਵਰਡਸ। ਸਾਡਾ ਸਕੂਲ ਸਾਫ ਸੁਥਰਾ ਹੋਣਾ ਚਾਹੀਦਾ ਹੈ। ਆਵਰ ਸਕੂਲ ਸ਼ੁੱਡ ਬੀ ਨੀਟ ਐਂਡ ਕਲੀਨ। ਇਹ ਪੁਸਤਕ ਤੁਹਾਡੇ ਲਈ ਬਹੁਤ ਲਾਭਕਾਰੀ ਹੈ। ਦਿਸ ਬੁੱਕ ਇਜ਼ ਵੈਰੀ ਯੂਜ਼ਫੁਲ ਫॉर ਯੂ। ਉਹ ਅਮੀਰ ਨਹੀਂ ਹੋ ਸਕੇ ਕਿਉਂਕਿ ਉਹ ਮਿਹਨਤੀ ਨਹੀਂ ਸਨ। ਦੇ ਕੁਡ ਨਾਟ ਬੀ ਰਿਚ because they were not hard working। ਖੇਤੀ ਭਾਰਤੀ ਅਰਥ ਵਿਵਸਥਾ ਦੀ ਰੀੜ੍ਹ ਦੀ ਹੱਡੀ ਹੈ। ਐਗਰੀਕਲਚਰ ਇਜ਼ ਦਾ ਬੈਕਬੋਨ। ਬੈਕਬੋਨ ਹੁੰਦੀ ਹੈ ਰੀੜ੍ਹ ਦੀ ਹੱਡੀ। ਐਗਰੀਕਲਚਰ ਇਜ਼ ਦਾ ਬੈਕਬੋਨ ਆਫ ਦਾ ਇੰਡੀਅਨ ਇਕੋਨਮੀ। ਸ਼ਰਾਬ ਪੀਣੀ ਸਿਹਤ ਲਈ ਹਾਨੀਕਾਰਕ ਹੁੰਦੀ ਹੈ। ਡਰਿੰਕਿੰਗ means ਸ਼ਰਾਬ ਪੀਣੀ। ਡਰਿੰਕਿੰਗ ਇਜ਼ ਇੰਜੂਰੀਅਸ ਟੂ ਹੈਲਥ ਜਾਂ ਡਰਿੰਕਿੰਗ ਇਜ਼ ਹਾਰਮਫੁਲ ਫॉर ਹੈਲਥ। ਇੱਥੇ ਅਸੀਂ ਸਮੋਕਿੰਗ ਵੀ ਕਹਿ ਸਕਦੇ ਹਾਂ ਕਿ ਸਮੋਕਿੰਗ ਇਜ਼ ਇੰਜੂਰੀਅਸ। INJURIOUS। ਮਰਦ ਅਤੇ ਔਰਤ ਜੀਵਨ ਦੀ ਗੱਡੀ ਦੇ ਦੋ ਪਹੀਏ ਹਨ। ਮੈਨ ਐਂਡ ਵੂਮੈਨ are the two wheels. Wheels means ਪਹੀਏ। Man and woman are the two wheels of the cart, CART, cart of life। ਕਈ ਵਾਰ ਇਹ ਫਿਕਰ ਇੱਦਾਂ ਵੀ ਕਿਹਾ ਜਾਂਦਾ ਕਿ man and woman are the two wings of the bird of life। ਭਾਵ ਕਿ ਜੀਵਨ ਦੇ ਪੰਛੀ ਦੇ ਦੋ ਖੰਭ ਹਨ, ਮਰਦ ਅਤੇ ਔਰਤ। ਇਸ ਤਰ੍ਹਾਂ ਵੀ ਇਹ ਕਹਾਵਤ ਬਣੀ ਹੋਈ ਹੈਗੀ। ਇਸ ਸੰਸਾਰ ਵਿੱਚ ਕੁਝ ਵੀ ਅਸੰਭਵ ਨਹੀਂ ਹੈ। ਨਥਿੰਗ ਇਜ਼ ਇੰਪੋਸੀਬਲ ਇਨ ਦਿਸ ਵਰਲਡ। ਵੈਸੇ ਵੀ ਯਾਦ ਰੱਖਣਾ ਇਸ ਗੱਲ ਨੂੰ ਕਿ ਨਥਿੰਗ ਇਜ਼ ਇੰਪੋਸੀਬਲ ਇਨ ਦਿਸ ਵਰਲਡ। ਜੀਵਨ ਅਮੀਰਾਂ ਲਈ ਇੱਕ ਫੁੱਲਾਂ ਦੀ ਸੇਜ ਹੈ, ਪਰ ਗਰੀਬਾਂ ਲਈ ਕੰਡਿਆਂ ਦਾ ਵਿਛਾਉਣਾ। ਲਾਈਫ ਇਜ਼ ਅ ਬੈੱਡ ਆਫ ਰੋਜ਼ਿਜ਼ ਫॉर ਦ ਰਿਚ ਬਟ ਏ ਬੈੱਡ ਆਫ ਥੋਰਨਸ, THORNS, but a bed of thorns for the poor। ਮਨ ਉੱਪਰ ਜਿੱਤ ਸੰਸਾਰ ਉੱਪਰ ਜਿੱਤ ਹੁੰਦੀ ਹੈ। ਵਿਕਟਰੀ ਓਵਰ ਦਾ ਮਾਈਂਡ ਇਜ਼ ਵਿਕਟਰੀ ਓਵਰ ਦਾ ਵਰਲਡ। ਤੁਹਾਡੇ ਲਈ ਇਸ ਬੈਂਚ 'ਤੇ ਕੋਈ ਥਾਂ ਨਹੀਂ ਹੈ। There is no room for you on this bench। ਹੁਣ ਹੈਰਾਨੀ ਵਾਲੀ ਗੱਲ ਹੈ ਕਿ ਰੂਮ ਕਿੱਥੋਂ ਆ ਗਿਆ। ਅਸੀਂ ਪਲੇਸ ਨਹੀਂ ਲਾਉਂਦੇ। ਐਗਜ਼ੈਕਟ ਜਿਹੜੀ ਗ੍ਰਾਮਰ ਹੈਗੀ ਆ ਉਹਦੇ ਮੁਤਾਬਕ ਸਾਨੂੰ ਉੱਥੇ ਰੂਮ ਲਾਉਣਾ ਹੁੰਦਾ। ਈਵਨ ਜਦੋਂ ਅਸੀਂ ਬੱਸ ਦੇ ਵਿੱਚ ਕਹਿੰਦੇ ਆ ਕਿ ਇਸ ਬੱਸ ਵਿੱਚ ਤੁਹਾਡੇ ਲਈ ਕੋਈ ਥਾਂ ਨਹੀਂ, ਤਾਂ ਵੀ ਅਸੀਂ ਇਹੀ ਕਹਾਂਗੇ ਕਿ ਦੇਰ ਇਜ਼ ਨੋ ਰੂਮ ਫॉर ਯੂ ਇਨ ਦਿਸ ਬੱਸ। ਯਾਨੀ ਰੂਮ ਸੁਣ ਕੇ ਘਬਰਾਉਣਾ ਨਹੀਂ। ਬੱਸ ਦੇ ਵਿੱਚ, ਬੈਂਚ ਦੇ ਉੱਪਰ, ਗੱਡੀ ਦੇ ਵਿੱਚ, ਤਾਂ ਉੱਥੇ ਅਸੀਂ ਜੋ ਰੂਮ ਹੈ ਉਹ ਪਲੇਸ ਲਈ ਹੀ ਵਰਤਦੇ ਹਾਂ। ਇਹ ਇੱਕ ਚੰਦ ਚਾਨਣੀ ਰਾਤ ਹੈ। ਇਟ ਇਜ਼ ਏ
moonlit night, moonlit, moon hyphen ਪਾ ਲਿਓ, LIT lit, moonlit night। ਅਧਿਆਪਕ ਕਿਸੇ ਕੌਮ ਦੇ ਨਿਰਮਾਤਾ ਹੁੰਦੇ ਹਨ। ਟੀਚਰਸ ਆਰ ਦਾ ਬਿਲਡਰਸ ਆਫ ਏ ਨੇਸ਼ਨ, ਬਿਲਡਰਸ ਆਫ ਏ ਨੇਸ਼ਨ। ਫਿਰ ਕਈ ਵਾਰੀ ਆਪਾਂ ਕੋਈ ਸਵਾਲ ਪੁੱਛਦੇ ਹਾਂ, ਤੁਹਾਡਾ ਕੀ ਨਾਮ ਹੈ ਅਤੇ ਤੁਹਾਡਾ ਘਰ ਕਿੱਥੇ ਹੈ? ਵਾਟ ਇਜ਼ ਯੂਰ ਨੇਮ ਐਂਡ ਵੇਅਰ ਇਜ਼ ਯੂਰ ਹਾਊਸ? ਵਾਟ ਯੂਰ ਨੇਮ ਐਂਡ ਵੇਅਰ ਯੂਰ ਹਾਊਸ? ਇਸ ਪੁਸਤਕ ਦੀ ਕੀਮਤ ਕਿੰਨੀ ਹੈ ਅਤੇ ਇਸ ਦੇ ਕਿੰਨੇ ਪੰਨੇ ਹਨ? What is the price of this book and how many pages are there in it? ਸੋ ਵਿਦਿਆਰਥੀਓ, ਇਹ ਸਨ ਕੁਝ ਹੋਰ ਸੈਂਟੈਂਸਿਸ। ਤੁਸੀਂ ਇਹੋ ਜਿਹੇ ਸੈਂਟੈਂਸਿਸ ਦੀ ਹੋਰ ਪ੍ਰੈਕਟਿਸ ਕਰੋ ਔਰ ਇਸ ਦੇ ਵਿੱਚ ਮੁਹਾਰਤ ਹਾਸਲ ਕਰੋ। ਜੋ ਟੈਂਸਿਸ ਦੇ ਬਾਕੀ ਰੂਪ ਹਨ, ਟਰਾਂਸਲੇਸ਼ਨ ਦੇ ਬਾਕੀ ਰੂਪ ਹਨ, ਉਹ ਸਾਰੇ ਆਪਾਂ ਆਉਣ ਵਾਲੇ ਲੈਕਚਰ ਦੇ ਵਿੱਚ ਡਿਸਕਸ ਕਰਾਂਗੇ। ਥੈਂਕ ਯੂ ਵੈਰੀ ਮਚ। ਬੈਸਟ ਵਿਸ਼ੇਜ਼। ਬੀ ਹੈਪੀ। ਗੋਡ ਬਲੈਸ ਯੂ।